ਹੈਲੋ ਸਟੂਡੈਂਟਸ, ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਐਨਸਾਈਕਲੋਪੀਡੀਆ ਨੂੰ ਆਪਾਂ ਪੰਜਾਬੀ ਵਿੱਚ ਕੀ ਬੋਲਦੇ ਹਾਂ? ਵਿਸ਼ਵਕੋਸ਼। ਵਿਸ਼ਵ ਦਾ ਮਤਲਬ ਪੂਰੀ ਦੁਨੀਆ, ਸੰਸਾਰ ਆ ਗਿਆ। ਕੋਸ਼ ਦਾ ਮਤਲਬ ਜਿਹਦੇ ਵਿੱਚ ਸੰਦਰਭ ਦਿੱਤੇ ਹੋਏ ਨੇ, ਜਿਹਦੇ ਵਿੱਚ ਰੈਫਰੈਂਸਿਸ ਦਿੱਤੇ ਹੋਏ ਨੇ ਵਿਸ਼ਵ ਨਾਲ ਸੰਬੰਧਿਤ ਜਾਣਕਾਰੀ ਦੇ। ਜੇ ਸਿੰਪਲ ਸ਼ਬਦਾਂ ਦੇ ਵਿੱਚ ਆਪਾਂ ਨੇ ਡੈਫੀਨੇਸ਼ਨ ਆਪਣੇ ਸ਼ਬਦਾਂ ਦੇ ਵਿੱਚ ਦੇਖਣਾ ਵੀ ਵਿਸ਼ਵਕੋਸ਼ ਕੀ ਹੈ, ਜਿਹਦੇ ਵਿੱਚ ਕੀ ਹੈਗਾ ਕਾਫੀ ਵਿਸ਼ਿਆਂ ਨੂੰ ਲੈ ਕੇ ਜਿਹੜੇ ਮਨੁੱਖੀ ਜੀਵਨ ਨਾਲ ਸੰਬੰਧਿਤ ਨੇ ਉਹਨਾਂ ਦੇ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੁੰਦੀ ਆ। ਚੀਜ਼ਾਂ ਨਾਲ, ਵਸਤੂਆਂ ਨਾਲ, ਮਨੁੱਖੀ ਅੰਗਾਂ ਨਾਲ ਜਾਂ ਮਨੁੱਖੀ ਜੋ ਵੀ ਵਰਤਾਰਾ ਜਿਹੜਾ ਮਨੁੱਖ ਨੇ ਕ੍ਰੀਏਟ ਕੀਤਾ ਹੈਗਾ ਉਹਦੇ ਨਾਲ ਸੰਬੰਧਿਤ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਵੀ ਐਨਸਾਈਕਲੋਪੀਡੀਆ ਜਿਹੜਾ ਬ੍ਰਿਟੈਨਿਕਾ ਹੈਗਾ ਉਹ ਬਹੁਤ ਫੇਮਸ ਹੈਗਾ। ਆਪਣਾ ਦੇਖਿਆ ਜਾਵੇ ਤਾਂ ਵਿਸ਼ਵਕੋਸ਼ ਕਾਫੀ ਪ੍ਰਕਾਰ ਦੇ ਨੇ, ਵਿਸ਼ਵਕੋਸ਼ ਕਾਫੀ ਹੈਗੇ ਨੇ ਜਿਹੜੇ, ਜਿਵੇਂ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਐਨਸਾਈਕਲੋਪੀਡੀਆ ਇੰਡੀਕਾ ਅਮਰੀਕਾ, ਐਨਸਾਈਕਲੋਪੀਡੀਆ ਇਸਲਾਮਾ, ਐਵਰੀਮੈਨਜ਼ ਐਨਸਾਈਕਲੋਪੀਡੀਆ ਜਾਂ ਐਨਸਾਈਕਲੋਪੀਡੀਆ ਆਫ ਅਮਰੀਕਾ ਜਾਂ ਐਨਸਾਈਕਲੋਪੀਡੀਆ ਆਫ ਬ੍ਰਿਟੈਨਿਕਾ। ਇਹ ਫੇਮਸ ਨੇਗੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਦਿੱਤੀ ਹੁੰਦੀ ਆ। ਜਿਵੇਂ ਚੀਨ ਵਾਲਾ ਐਨਸਾਈਕਲੋਪੀਡੀਆ ਹੈਗਾ, ਉਹਦੀਆਂ ਘੱਟੋ ਘੱਟ ਆਪਾਂ ਜੇ ਦੇਖਿਆ ਜਾਈਏ ਜੌਂਗਲ ਐਨਸਾਈਕਲੋ ਉਹਦੀਆਂ 11,095 ਜਿਲਦਾਂ ਨੇ। 11,095 ਜਿਲਦਾਂ ਦੇ ਵਿੱਚ ਉਹਨੂੰ ਕਵਰ ਕੀਤਾ ਗਿਆ ਚੀਨ ਦਾ ਜਿਹੜਾ ਹੈਗਾ ਐਨਸਾਈਕਲੋਪੀਡੀਆ। ਐਵੇਂ ਜਿਹੜਾ ਬ੍ਰਿਟੇਨ ਵਾਲਾ ਬ੍ਰਿਟੈਨਿਕਾ ਹੈਗੀ ਐਨਸਾਈਕਲੋਪੀਡੀਆ ਬ੍ਰਿਟੈਨਿਕਾ, ਓਰੀਜਨਲੀ ਉਹਦਾ ਜਿਹੜਾ ਮੰਨ ਲਓ ਓਰੀਜਨ ਕਦੋਂ ਹੋਇਆ ਹੈਗਾ 1768 ਦੇ ਨੇੜੇ ਤੇੜੇ ਉਹਨੂੰ ਉਹਦੀ ਜਿਹੜੀ ਹੋਂਦ ਸਥਾਪਿਤ ਹੋਈ ਬਣਨੀ। ਅਤੇ ਟੋਟਲ ਪੇਜ ਕਿੰਨੇ ਉਹਦੇ ਵਿੱਚ 32,640 ਪੇਜਾਂ ਦੇ ਵਿੱਚ ਉਹਨੂੰ ਕਵਰ ਕੀਤਾ ਗਿਆ ਹੈਗਾ। ਠੀਕ ਹੈ, ਅਤੇ 4411 ਲੇਖਕ ਨੇ ਜਿਹਨਾਂ ਦਾ ਕੰਟਰੀਬਿਊਸ਼ਨ ਹੈਗਾ, ਆਥਰਸ ਜਿਨ੍ਹਾਂ ਨੇ ਐਨਸਾਈਕਲੋਪੀਡੀਆ ਆਫ ਬ੍ਰਿਟੈਨਿਕਾ ਬਣਾਇਆ। ਜਿਵੇਂ ਆਪਾਂ ਇੱਕ ਲੇਖਕ ਹੁੰਦਾ, ਇੱਕ ਬੁੱਕ ਲਿਖਦਾ ਹੁੰਦਾ, ਐਵੇਂ ਇੱਕ ਐਨਸਾਈਕਲੋਪੀਡੀਆ ਤਿਆਰ ਕਰਨ ਵਾਸਤੇ ਇੱਕ ਟੀਮ ਦੀ ਲੋੜ ਪੈਂਦੀ ਹੈ। ਟੀਮ ਕਿੰਨੀ? 4-4 ਹਜ਼ਾਰ ਲੋਕਾਂ ਦੀ। ਠੀਕ ਹੈ, ਤਾਂ ਹੁਣ ਆਪਾਂ ਸੰਖੇਪ ਦੇ ਵਿੱਚ ਜਾਣਨਾ ਦੇਖਦੇ ਹਾਂ ਵੀ ਵਿਸ਼ਵਕੋਸ਼ ਨੂੰ ਆਪਾਂ ਕਿਵੇਂ ਸਮਝ ਸਕਦੇ ਸੌਖੇ ਤਰੀਕੇ ਨਾਲ। ਜਿਹੜਾ ਵਿਸ਼ਵਕੋਸ਼ ਨੂੰ ਅੰਗਰੇਜ਼ੀ ਦੇ ਵਿੱਚ ਪਹਿਲਾਂ ਦੱਸਿਆ ਸੀ ਐਨਸਾਈਕਲੋਪੀਡੀਆ ਕਹਿੰਦੇ ਆ। ਇੱਕ ਪ੍ਰਸੰਗ ਪੁਸਤਕ ਜਾਂ ਇੱਕ ਸਾਰ ਸੰਗ੍ਰਹਿ ਹੈ ਜਿਹਦੇ ਵਿੱਚ ਸਾਰ ਦਿੱਤਾ ਹੁੰਦਾ ਹੈ ਕਿਸੇ ਚੀਜ਼ਾਂ ਨਾਲ ਸੰਬੰਧਿਤ। ਇੱਕ ਉਹ ਜਿਹਦੇ ਵਿੱਚ ਪ੍ਰਸੰਗ ਦੱਸਿਆ ਜਾਂਦਾ ਹੈਗਾ ਹਰ ਇੱਕ ਵਸਤੂ ਨਾਲ ਸੰਬੰਧਿਤ ਜਿਹੜੀ ਮਨੁੱਖੀ ਵਰਤਾਰੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੀ ਹੋਈ ਆ। ਕਿਸੇ ਵਿਸ਼ੇਸ਼ ਖੇਤਰ ਨਾਲ, ਕਿਸੇ ਵਿਸ਼ੇਸ਼ ਵਿਸ਼ੇ ਨਾਲ ਸੰਬੰਧਿਤ ਗਿਆਨ ਦੀਆਂ ਕੋਈ ਸ਼ਾਖਾਵਾਂ ਜਾਂ ਜਿਹੜੀਆਂ ਬ੍ਰਾਂਚਾਂ ਹੁੰਦੀਆਂ ਨੇ ਉਹਨਾਂ ਦੇ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਆ। ਵਿਸ਼ਾ ਵਰਗਾਂ ਨਾਮਾਂ ਦੇ ਅਧੀਨ ਲੇਖ ਲਿਖ ਕੇ, ਆਰਟੀਕਲ ਲਿਖ ਕੇ ਇੰਦਰਾਜ ਦਰਜ ਕਰੇ ਜਾਂਦੇ ਨੇ ਵਰਨਮਾਲਾ ਦੇ ਅਕੋਰਡਿੰਗ। ਜਿਵੇਂ ਪਹਿਲਾਂ ਸਾਰੇ ਏ ਵਾਲੇ ਆ ਜਾਣਗੇ, ਫਿਰ ਬੀ ਵਾਲੇ, ਫਿਰ ਸੀ ਵਾਲੇ, ਫਿਰ ਡੀ ਵਾਲੇ, ਫਿਰ ਐਫ ਵਾਲੇ, ਇੱਦਾਂ ਕਰਕੇ। ਅਤੇ ਐਵੇਂ ਆਪਾਂ ਦੇਖਦੇ ਹਾਂ ਵਿਸ਼ਵਕੋਸ਼ ਦੇ ਇੰਦਰਾਜ ਨੇ ਜਿਹੜੇ ਉਹ ਸ਼ਬਦਕੋਸ਼ ਡਿਕਸ਼ਨਰੀ ਨਾਲੋਂ ਵੱਡੇ ਅਤੇ ਵਿਸਥਾਰਪੂਰਵਕ ਹੁੰਦੇ ਨੇ। ਜਿਵੇਂ ਡਿਕਸ਼ਨਰੀ ਦੇ ਵਿੱਚ ਇੱਕ ਸ਼ਬਦ ਨੂੰ ਲੈ ਕੇ 2 ਲਾਈਨਾਂ ਦੇ ਵਿੱਚ, 3 ਲਾਈਨਾਂ ਦੇ ਵਿੱਚ ਉਹਨੂੰ ਸਪਸ਼ਟ ਕਰ ਦਿੱਤਾ ਜਾਂਦਾ, ਉਹਦੇ ਅਰਥ ਸਪਸ਼ਟ ਕਰੇ ਜਾਂਦੇ ਨੇ। ਐਵੇਂ ਜਿਹੜੇ ਵਿਸ਼ਵਕੋਸ਼ ਜਾਂ ਐਨਸਾਈਕਲੋਪੀਡੀਆ ਦੇ ਵਿੱਚ ਰੈਫਰੈਂਸਿਸ ਹੁੰਦੇ ਨੇ ਉਹ ਇੱਕ ਪੇਜ, 2 ਪੇਜ, 7 ਪੇਜਾਂ ਤੱਕ ਵੀ ਉਹ ਰੈਫਰੈਂਸ ਚਲੇ ਜਾਂਦੇ ਨੇ, ਵੱਡੇ ਹੁੰਦੇ ਨੇ ਇੰਦਰਾਜ। ਅੱਗੇ ਆਪਾਂ ਦੇਖਦੇ ਹਾਂ ਵੀ ਸ਼ਬਦਕੋਸ਼ ਵਿੱਚ ਜਿਹੜੇ ਇੰਦਰਾਜ ਸ਼ਾਮਿਲ ਹੁੰਦੇ ਨੇ ਉਹਨਾਂ ਦੇ ਅਰਥ, ਉਹਨਾਂ ਦੀ ਉਤਪਤੀ, ਵਿਆਕਰਨਿਕ, ਬਣਤਰ, ਉਚਾਰਨ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਡਿਕਸ਼ਨਰੀ ਦੇ ਵਿੱਚ ਆਉਣ ਲਈ। ਪਰ ਇਹਦੇ ਵਿੱਚ ਵਿਸ਼ਵਕੋਸ਼ ਦੇ ਵਿੱਚ ਲਗਭਗ ਕਹਿੰਦਾ ਵੀ ਕੀ ਹੈ, ਜਿਹੜੇ ਇੰਦਰਾਜ ਨੇਗੇ 200 ਸਾਲ ਤੋਂ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ 1700 ਤੋਂ ਬਾਅਦ ਹੋਣ ਦੇ ਵਿੱਚ ਆਇਆ ਨਾ, 2 ਸਾਲ ਕੁ ਹੋਏ, 200 ਸਾਲ ਹੀ ਹੋਇਆ ਇਹਨੂੰ। ਤਾਂ ਉਦੋਂ ਬਾਅਦ ਦੇ ਵਿੱਚ ਜਿਹੜਾ ਆਪਣਾ ਜਿਵੇਂ ਦੇਖੀ ਕੌਮਾਂਤਰੀ ਪੱਧਰ 'ਤੇ ਜਿਹੜੇ ਸਥਾਨਕ ਭਾਸ਼ਾਵਾਂ ਹੋ ਗਈਆਂ ਜਾਂ ਕੌਮਾਂਤਰੀ ਪੱਧਰ ਦੀਆਂ ਵਿਸ਼ੇਸ਼ ਜਿਵੇਂ ਭਾਸ਼ਾਵਾਂ ਹੋ ਗਈਆਂ, ਜਿਵੇਂ ਅੰਗਰੇਜ਼ੀ ਲਾ ਲਓ, ਇੰਗਲਿਸ਼ ਲੈਂਗੁਏਜ ਦੇ ਵਿੱਚ ਬ੍ਰਿਟੈਨਿਕਾ ਲਿਖੀ ਗਈ ਹੈ ਵਿਸ਼ਵਕੋਸ਼। ਆਕਾਰ ਪੱਖੋਂ ਕਹਿੰਦਾ ਬਹੁਤ ਸਾਰੀਆਂ ਜਿਲਦਾਂ ਹੁੰਦੀਆਂ ਨੇ। ਉਦੇਸ਼ ਕੀ ਹੁੰਦਾ ਹੈਗਾ? ਜੇ ਸਭ ਤੋਂ ਪਹਿਲਾਂ ਆਪਾਂ ਵਿਸ਼ਵਕੋਸ਼ ਨੂੰ ਡਿਫਾਈਨ ਕਰੀਏ ਵੀ ਆਕਾਰ ਕੀ ਹੈ, ਬਹੁਤ ਸਾਰੀਆਂ ਜਿਲਦਾਂ ਜਾਂ ਕੁਝ ਕੁ ਜਿਲਦਾਂ, ਜਿਵੇਂ 7 ਜਿਲਦਾਂ, 15 ਜਿਲਦਾਂ, ਜਾਂ ਚੀਨ ਵਾਲੇ ਐਨਸਾਈਕਲੋਪੀਡੀਆ ਤਰ੍ਹਾਂ 13,095 ਜਿਲਦਾਂ। ਅਤੇ ਉਦੇਸ਼ ਕੀ ਹੁੰਦਾ? ਗਿਆਨ ਨੂੰ ਵਿਸ਼ਵ ਵਿਆਪੀ ਪੱਧਰ ਜਾਂ ਸੀਮਿਤ ਪੱਧਰ ਤੱਕ ਸਾਹਮਣੇ ਲਿਆਉਣਾ, ਉਹਦੀ ਪੇਸ਼ਕਾਰੀ ਕਰਨੀ। ਸੱਭਿਆਚਾਰਕ ਪਰਿਪੇਖ ਨੂੰ ਪ੍ਰਮਾਣਿਕ, ਵਿਚਾਰਧਾਰਕ, ਨੀਤੀਪਰਕ ਅਤੇ ਉਪਯੋਗੀ ਰੂਪ ਦੇ ਵਿੱਚ ਸਾਹਮਣੇ ਲਿਆਉਣਾ। ਲੇਖਕਤਾ, ਵਿਦਿਅਕ ਯੋਗਤਾ ਅਤੇ ਸ਼ੈਲੀ। ਪਾਠਕਤਾ, ਪੜ੍ਹਨ ਵਾਲੇ ਕਿਵੇਂ ਨੇ, ਵਿਦਿਅਕ ਪੱਧਰ, ਪਿਛੋਕੜ, ਰੁਚੀਆਂ ਅਤੇ ਸਮਰੱਥਾਵਾਂ ਦੇ ਅਕੋਰਡਿੰਗ, ਆਪਣੀ ਸਮਰੱਥਾ ਦੇ ਅਕੋਰਡਿੰਗ, ਆਪਣੇ ਇੰਟਰਸਟ ਦੇ ਅਕੋਰਡਿੰਗ ਕੀ ਹੈ ਐਨਸਾਈਕਲੋਪੀਡੀਆ ਤੋਂ ਲੋਕ ਜਾਣਕਾਰੀ ਪ੍ਰਾਪਤ ਕਰਦੇ ਨੇ, ਜਾਣਕਾਰੀ ਲੈਂਦੇ ਨੇਗੇ। ਤਾਂ ਦੇਖਦੇ ਆਪਾਂ ਵਿਸ਼ਾ ਵੀ ਉਸ ਤੋਂ ਬਾਅਦ ਕੀ ਹੈਗਾ ਜਿਹੜਾ ਅੱਜ ਮਾਡਰਨ ਟਾਈਮ ਹੈ, ਹੁਣ ਦਾ ਟਾਈਮ ਹੈ, ਇਹਦੇ ਵਿੱਚ ਕੀ ਹੈਗਾ ਬਹੁਤ ਸੌਖਾ ਕਰਤਾ। ਹੱਥ ਲਿਖਤ ਖਰੜੇ ਜਿਵੇਂ ਹੁਣ ਵੱਡੇ ਪ੍ਰਿੰਟਾਂ ਨਾਲ ਉਹ ਕੀ ਹੈ ਬਣਾਏ ਜਾਂਦੇ ਨੇਗੇ। ਵਿਕਾਸ ਬਹੁਤ ਹੋਏਗਾ ਮਾਹਿਰਾਂ ਦੁਆਰਾ, ਜਿਹੜੇ ਭਰੋਸੇਯੋਗ ਜਾਣਕਾਰੀ ਹੈ ਜਿਹਨੂੰ ਆਪਾਂ ਕਹਿ ਦਿੰਦੇ ਵੀ ਇਹ ਜਾਣਕਾਰੀ ਸਹੀ ਹੈ, ਪ੍ਰੋਪਰ ਵਧੀਆ।
ਜਿਹਦੇ ਵਿੱਚ ਕੋਈ ਫੇਕ ਕੰਮ ਨਹੀਂ ਹੁੰਦਾ ਹੈਗਾ। ਉਹਨੂੰ ਕੀ ਆ, ਮਹੱਤਵਪੂਰਨ ਸਰੋਤਾਂ ਰਾਹੀਂ ਇਕੱਠਾ ਕਰਕੇ ਵਿਦਿਅਕ ਸੰਸਥਾਵਾਂ, ਲਾਇਬ੍ਰੇਰੀਆਂ ਆਦਿ ਸਥਾਨਾਂ ਤੋਂ ਪ੍ਰਾਪਤ ਕਰਕੇ ਉਦੋਂ ਬਾਅਦ 'ਚ ਐਨਸਾਈਕਲੋਪੀਡੀਆ ਦੇ ਵਿੱਚ ਦਰਜ ਕਰਾਇਆ ਜਾਂਦਾ ਹੈਗਾ। 21ਵੀਂ ਸਦੀ ਦੇ ਅੰਤਿਮ ਦਹਾਕਿਆਂ ਵਿੱਚ ਡਿਜੀਟਲ ਅਤੇ ਖੁੱਲ੍ਹੇ ਸਰੋਤ ਨੇ, ਜਿਵੇਂ ਇੰਟਰਨੈੱਟ ਦੇ ਆਉਣ ਨਾਲ, ਮੋਬਾਈਲਾਂ ਦੇ ਸਮਾਰਟਫੋਨ ਆਉਣ ਨਾਲ ਅਤੇ ਵਿਕੀਪੀਡੀਆ ਵਗੈਰਾ ਆਉਣ ਨਾਲ, ਕਾਫੀ ਚੀਜ਼ਾਂ ਦੇ ਆਉਣ ਨਾਲ ਕੀ ਹੈਗਾ, ਇਹ ਚੀਜ਼ਾਂ ਨੂੰ ਸੌਖਾ ਕਰ ਦਿੱਤਾ ਅਤੇ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਉਹ ਚੀਜ਼ ਆ ਗਈ। ਠੀਕ ਹੈ, ਵਿਸ਼ੇਸ਼ਤਾਵਾਂ ਦੇਖਦੇ ਹੁਣ ਆਪਾਂ, ਇਹਦੀਆਂ ਕਰੈਕਟਰਿਸਟਿਕ ਕੀ ਨੇਗੀਆਂ, ਵਿਸ਼ੇਸ਼ਤਾਵਾਂ ਕੀ ਨੇ। ਆਧੁਨਿਕ ਵਿਸ਼ਵਕੋਸ਼ ਜਿਹੜਾ ਵਿਕਾਸ ਉਹਦਾ 18ਵੀਂ ਸਦੀ ਦੇ ਵਿੱਚ ਹੋਇਆ, ਮਤਲਬ ਵੀ 1900 ਕੁਛ ਤੋਂ ਬਾਅਦ ਸ਼ਬਦਕੋਸ਼ ਡਿਕਸ਼ਨਰੀਆਂ ਤੋਂ ਹੋਇਆ। ਡਿਕਸ਼ਨਰੀ ਦੇ ਵਿੱਚੋਂ ਰੈਫਰੈਂਸ ਲੈਤੇ, ਫਿਰ ਉਹਨੂੰ ਵਿਸਥਾਰਪੂਰਵਕ ਜਾਣਕਾਰੀ ਉਹਨਾਂ ਨਾਲ ਇਕੱਠੀ ਕਰਕੇ ਫਿਰ ਉਹਨਾਂ ਨੂੰ ਵਿਸ਼ਵਕੋਸ਼ ਵਿੱਚ ਦਰਜ ਕਰਿਆ। ਇਹ ਕੰਮ ਹੈ ਜਿਹੜਾ ਪੜ੍ਹੇ ਲਿਖੇ ਗੁਣੀ ਗਿਆਨੀ ਅਤੇ ਵਿਸ਼ਾ ਮਾਹਰਾਂ ਦੁਆਰਾ ਕੀਤਾ ਗਿਆ, ਜਿਹੜਾ ਇਹ ਕੰਮ ਸੀਗਾ। ਜਿਵੇਂ ਆਪਾਂ ਕਹਿੰਦੇ 4000 ਲੋਕਾਂ ਦੇ ਵਿੱਚ ਕਿੰਨੀ ਕੁ ਨੌਲੇਜ ਰੱਖਣ ਵਾਲੇ ਪਰਸਨ ਹੋਣਗੇ, ਆਪਾਂ ਖੁਦ ਦੇਖ ਸਕਦੇ ਹਾਂਗੇ। ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਵੀ ਇਨਸਾਈਕਲੋਪੀਡੀਆ ਤਿਆਰ ਕਰ ਦੂਗਾ ਜਾਂ ਵਿਸ਼ਵਕੋਸ਼ ਤਿਆਰ ਕਰ ਦੂਗਾ। ਉਹਦੇ ਵਿੱਚ ਇੱਕ ਟੀਮ ਦੇ ਵਿੱਚ ਪ੍ਰੋਪਰ ਇੱਕ ਟੀਮ ਜਾਂ ਇੱਕ ਸਮੂਹ ਦੁਆਰਾ ਤਿਆਰ ਕਰਾਇਆ ਜਾਂਦਾ, ਜਿਹਦੇ ਵਿੱਚ ਪੜ੍ਹੇ ਲਿਖੇ ਲੋਕ ਹੁੰਦੇ ਨੇ, ਗੁਣੀ ਗਿਆਨੀ ਲੋਕ ਹੁੰਦੇ ਨੇ, ਵਿਸ਼ਾ ਮਾਹਿਰ, ਵਿਸ਼ਾ ਸਬਜੈਕਟ ਐਕਸਪਰਟ ਹੁੰਦੇ ਨੇ ਉਹਦੇ ਵਿੱਚ। ਜਿਵੇਂ ਕੋਈ ਪੰਜਾਬੀ ਨਾਲ ਐਕਸਪਰਟ ਹੈਗਾ, ਕੋਈ ਹਿਸਟਰੀ ਦਾ ਐਕਸਪਰਟ ਹੈਗਾ, ਕੋਈ ਪੋਲੀਟਿਕਸ ਦਾ ਐਕਸਪਰਟ ਹੈ। ਫਿਰ ਉਹ ਆਪਦੇ ਵਿਸ਼ਿਆਂ ਨਾਲ ਸੰਬੰਧਿਤ ਜਾਣਕਾਰੀ ਕੀ ਹੈਗਾ, ਸ਼ਬਦਕੋਸ਼ ਨੂੰ ਇਕੱਤਰ ਕਰਕੇ ਦਿੰਦਾ ਅਤੇ ਉਦੋਂ ਬਾਅਦ ਉਹਦੇ ਵਿੱਚ ਛਾਪੀ ਜਾਂਦੀ ਆ। ਫਿਰ ਆਪਾਂ ਦੇਖਦੇ ਹਾਂ ਵੀ ਡਿਕਸ਼ਨਰੀ ਵਿੱਚ ਭਾਸ਼ਾਈ ਰਚਨਾ ਜਾਂ ਮੁੱਖ ਸ਼ਬਦਾਂ ਦੀਆਂ ਜਿਹੜੀਆਂ ਪਰਿਭਾਸ਼ਾਵਾਂ ਹੁੰਦੀਆਂ ਨੇ, ਉਹ ਵਰਨਮਾਲਾ ਦੇ ਅਕੋਰਡਿੰਗ ਕੀ ਹੈਗਾ ਰੱਖੀਆਂ ਜਾਂਦੀਆਂ ਨੇ, ਸੂਚੀਬੱਧ ਕਰਾਇਆ ਜਾਂਦਾ ਹੈਗਾ। ਸਮਾਨ ਅਰਥੀ ਸ਼ਬਦਾਂ ਦੀ ਡੂੰਘਾਈ ਸਮਝਣ ਲਈ ਕੋਈ ਥਾਂ ਨਹੀਂ ਹੁੰਦੀ ਉਹਦੇ ਵਿੱਚ, ਡਿਕਸ਼ਨਰੀ ਦੇ ਵਿੱਚ। ਇਸੇ ਪ੍ਰਕਾਰ ਡਿਕਸ਼ਨਰੀ ਕੀ ਆਮ ਪਰਿਭਾਸ਼ਿਤ ਸ਼ਬਦਾਂ ਨੂੰ ਸੀਮਿਤ ਜਾਣਕਾਰੀ ਅਤੇ ਵਿਸ਼ਲੇਸ਼ਣ ਉਸਦਾ ਪਿਛੋਕੜ ਦੇ ਸੰਬੰਧ ਵਿੱਚ ਪੇਸ਼ ਕਰਦੀ ਹੈ। ਇੱਥੇ ਬੇਸ਼ੱਕ ਸ਼ਬਦ ਦੀ ਪਰਿਭਾਸ਼ਾ ਤਾਂ ਦਿੰਦੀ ਹੈ ਡਿਕਸ਼ਨਰੀ, ਇੱਕ ਸ਼ਬਦ ਨੂੰ ਡਿਫਾਈਨ ਕਰ ਦੂ, ਉਹਦਾ ਅਰਥ ਦੱਸ ਦਊਗੀ ਡਿਕਸ਼ਨਰੀ, ਪਰ ਕੀ ਹੈ ਪਾਠਕ ਨੂੰ ਕਿਸੇ ਟਰਮ ਨਾਲ ਸੰਬੰਧਿਤ ਉਹਦੀ ਅਰਥ, ਉਹਦੀਆਂ ਮਹੱਤਤਾਵਾਂ, ਉਹਦੀਆਂ ਸੀਮਾਵਾਂ, ਉਹਦਾ ਗਿਆਨ ਜਾਂ ਵਿਸ਼ਾਲ ਖੇਤਰ ਹੈ ਜਿਹੜਾ, ਉਹਦੇ ਨਾਲ ਸੰਬੰਧਿਤ ਜਾਣਕਾਰੀ ਡਿਕਸ਼ਨਰੀ ਨਹੀਂ ਦੇ ਸਕਦੀ। ਉਹਦੇ ਨਾਲ ਸੰਬੰਧਿਤ ਜਾਣਕਾਰੀ ਸਿਰਫ ਆਪਾਂ ਨੂੰ ਕਿੱਥੋਂ ਪ੍ਰਾਪਤ ਹੋਊਗੀ, ਵਿਸ਼ਵਕੋਸ਼ ਤੋਂ, ਐਨਸਾਈਕਲੋਪੀਡੀਆ ਤੋਂ। ਠੀਕ ਹੈ, ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਿਸ਼ਵਕੋਸ਼ ਲੇਖ ਆਮ ਕਰਕੇ ਨਿਰੀਆਂ ਸਧਾਰਨ ਪਰਿਭਾਸ਼ਾਵਾਂ ਤੱਕ ਹੀ ਸੀਮਿਤ ਨਹੀਂ ਰਹਿੰਦਾ, ਨਾ ਹੀ ਇੱਕ ਸ਼ਬਦ ਤੋਂ ਵਿਅਕਤੀਗਤ ਪਰਿਭਾਸ਼ਾ ਤੱਕ ਸੀਮਿਤ ਰਹਿੰਦਾ, ਸਗੋਂ ਕਿਸੇ ਵਿਸ਼ੇ ਜਾਂ ਅਨੁਸ਼ਾਸਨ ਲਈ ਵਧੇਰੇ ਵਿਆਪਕ ਅਰਥਾਂ ਵਿੱਚ ਜਾਣਕਾਰੀ ਪੇਸ਼ ਕਰਦਾ ਹੈ। ਕਿਸੇ ਇੱਕ ਵਿਸ਼ੇ ਨੂੰ ਲੈ ਕੇ ਵਿਆਪਕ ਅਰਥਾਂ ਦੇ ਵਿੱਚ ਉਹਦੀ ਜਾਣਕਾਰੀ ਲੇਖ ਸਾਹਮਣੇ ਲਿਆਉਂਦਾ ਹੈਗਾ। ਲੇਖ ਕਿਸੇ ਇੱਥੇ ਦੇਖਦੇ ਹਾਂ ਵੀ ਜਿਹੜੀ ਟਰਮ ਹੈਗੀ ਪਰਿਭਾਸ਼ਿਤ ਕਰਨ ਵਾਸਤੇ ਸਮਾਨ ਅਰਥਕ ਟਰਮਾਂ ਦੇਣ ਤੋਂ ਇਲਾਵਾ ਅਰਥਾਂ ਦੀ ਵਧੇਰੇ ਡੂੰਘਾਈ ਨਾਲ ਵਿਸਥਾਰ ਦੇਣ ਦੇ ਯੋਗ ਹੁੰਦਾ ਹੈ, ਅਤੇ ਨਾਲ ਕੀ ਆਪਾਂ ਦੇਖਦੇ ਹਾਂ ਵੀ ਉਹਦੇ ਨਾਲ ਸੰਬੰਧਿਤ ਜਿਹੜੀ ਸਮੱਗਰੀ ਹੁੰਦੀ ਹੈ ਉਰਾਂ ਪਰਾਂ ਤੋਂ ਇਕੱਤਰ ਕਰਕੇ ਕਿਤੋਂ ਨਾ ਕਿਤੋਂ ਲਾਇਬ੍ਰੇਰੀਜ਼ ਤੋਂ ਜਾਂ ਕਿਤੋਂ ਵੀ ਲੇਖ ਉਪਲਬਧ ਕਰਵਾਉਂਦਾ। ਵਿਸ਼ਵਕੋਸ਼ ਲੇਖ ਆਮ ਕਰਕੇ ਨਕਸ਼ੇ, ਚਿੱਤਰ, ਸਹਾਇਕ ਪੁਸਤਕਾਵਲੀ, ਜਿਵੇਂ ਆਪਾਂ ਕਹਿੰਦੇ ਵੀ ਬਿਬਲੋਗ੍ਰਾਫੀਜ਼ ਹੁੰਦੀਆਂ ਨੇ, ਜਦੋਂ ਆਪਾਂ ਜਿਹੜੇ ਪੁਸਤਕਾਂ ਤੋਂ ਲੈ ਕੇ ਆਪਾਂ ਨੇ ਇੱਕ ਕੋਸ਼ ਤਿਆਰ ਕਰਿਆ, ਫਿਰ ਉਹਦੀ ਜਾਣਕਾਰੀ ਵੀ ਦੇਣੀ ਪੈਂਦੀ ਹੈ ਵੀ ਅਸੀਂ ਨੇ ਆਹ ਜਾਣਕਾਰੀ ਕੀ ਹੈ ਇੱਥੋਂ ਲਈ ਹੈ। ਠੀਕ ਹੈ ਨਾ, ਆਹ ਪੁਸਤਕ ਤੋਂ, ਇੰਨੇ ਨੰਬਰ ਪੰਨੇ ਤੋਂ, ਉਹਨੂੰ ਬੋਲਦੇ ਹਾਂ ਆਪਾਂ ਰੈਫਰੈਂਸ ਬੁੱਕਸ ਜਾਂ ਬਿਬਲੋਗ੍ਰਾਫੀ। ਠੀਕ ਹੈ, ਅਤੇ ਉਸ ਤੋਂ ਬਾਅਦ ਆਪਾਂ ਦੇਖਦੇ ਹੈਗੇ ਵੀ ਸਿਧਾਂਤਕ ਤੌਰ 'ਤੇ ਜਿਹੜਾ ਵਿਸ਼ਵਕੋਸ਼ ਯਕੀਨ ਕਰਵਾਉਣ ਲਈ ਨਹੀਂ ਲਿਖਿਆ ਜਾਂਦਾ, ਬੇਸ਼ੱਕ ਸੱਚਮੁੱਚ ਇੱਕ ਉਦੇਸ਼ ਪਾਠਕ ਨੂੰ ਸੱਚਾਈ ਬਾਰੇ ਯਕੀਨ ਦਿਵਾਉਣਾ ਹੀ ਹੁੰਦਾ ਹੈਗਾ। ਠੀਕ ਹੈ, ਉਹਦਾ ਜਿਹੜਾ ਮੇਨ ਮਕਸਦ ਹੈ ਪਾਠਕ ਨੂੰ ਵੱਧ ਤੋਂ ਵੱਧ ਜਾਣਕਾਰੀ, ਪ੍ਰੋਪਰ ਜਾਣਕਾਰੀ ਦੇਣ ਦਾ ਉਹਦਾ ਮੇਨ ਉਦੇਸ਼ ਹੁੰਦਾ ਹੈਗਾ। 21ਵੀਂ ਸਦੀ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਜਿਹੜੇ ਕੋਸ਼ ਨੇਗੇ, ਆਪਾਂ ਉਹਨਾਂ ਬਾਰੇ ਗੱਲ ਕਰਦੇ ਹਾਂ ਵੀ 21ਵੀਂ ਸਦੀ ਵਿੱਚ ਵਿਸ਼ਵਕੋਸ਼ ਹੈ ਜਿਹੜਾ, ਵਿਸ਼ਵਕੋਸ਼ਾਂ ਦੀ ਸਿਰਜਣਾ ਕੰਪਿਊਟਰ ਵਿਸ਼ੇਸ਼ ਤੌਰ 'ਤੇ ਸਹਾਇਕ ਰਿਹਾ ਹੈਗਾ। ਉਹਦੇ ਵਿੱਚ ਉਪਲਬਧ ਵਿਸ਼ਵਕੋਸ਼ ਬਹੁਤ ਲਾਭਦਾਇਕ ਨੇ, ਜਿੰਨੇ ਆਪਣੇ ਨੂੰ ਉਪਲਬਧ ਹੋ ਚੁੱਕੇ ਨੇ ਹੁਣ ਤੱਕ, ਸਸਤੇ ਤਿਆਰ ਕੀਤੇ ਜਾ ਸਕਦੇ ਨੇਗੇ, ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਸੌਖਾ ਉਹਨਾਂ ਨੂੰ। ਸ਼ਬਦ ਅਤੇ ਲੇਖ ਸੌਖੇ ਤੱਟ ਲੱਭੇ ਜਾ ਸਕਦੇ ਨੇ। ਜੇ ਆਪਾਂ ਨੂੰ ਕੋਈ ਆਰਟੀਕਲ ਲੱਭਣਾ ਹੈਗਾ, ਕੋਈ ਸ਼ਬਦ ਲੱਭਣਾ, ਬਹੁਤ ਸੌਖੇ ਤਰੀਕੇ ਨਾਲ ਆਪਾਂ ਉਹਨੂੰ ਲੱਭ ਸਕਦੇ ਹਾਂ। ਨਾਲ ਹੀ ਆਪਾਂ ਨੂੰ ਐਨੀਮੇਸ਼ਨ, ਆਡੀਓ, ਵੀਡੀਓ, ਹਾਈਪਰ ਲਿੰਕ ਵੀ ਦਿੱਤੇ ਹੁੰਦੇ ਨੇਗੇ, ਜਿਹੜੇ ਰੋਮਾਂਚਕਾਰੀ ਅਤੇ ਪ੍ਰਭਾਵਸ਼ਾਲੀ ਲਾਭਦਾਇਕ ਬਣਾਇਆ ਜਾ ਸਕਦਾ। ਸਮੁੱਚੇ ਤੌਰ 'ਤੇ ਜੇ ਆਪਾਂ ਦੇਖੀਏ, ਵਿਸ਼ਵਕੋਸ਼ ਕਿਸੇ ਇੱਕ ਵਿਸ਼ੇ ਜਾਂ ਖੇਤਰ ਨਾਲ ਸੰਬੰਧਿਤ ਜਾਣਕਾਰੀ ਦਾ ਅਥਾਹ ਭੰਡਾਰ ਹੁੰਦੇ ਨੇਗੇ। ਕੋਈ ਵੀ ਵਿਸ਼ਾ ਚੱਕ ਲਓ, ਜਿਵੇਂ ਸੂਰਜ ਜਾਂ ਸਨ ਬਾਰੇ ਆ ਗਿਆ ਤਾਂ ਸਨ ਬਾਰੇ ਡੀਪਲੀ ਜਾਣਕਾਰੀ ਦਿੱਤੀ ਜਾਊ, ਕਿਹੜੀਆਂ ਗੈਸਾਂ ਦਾ ਬਣਿਆ ਹੋਇਆ, ਕਿੰਨਾ ਉਹਦਾ ਵਿਆਸ ਹੈ, ਕਿੰਨੀ ਉਹਦੀ ਲਾਈਟ ਹੈ, ਕਿਵੇਂ ਉਹਦੀ ਲਾਈਟ ਸਫਰ ਕਰਦੀ ਹੈ, ਕਿੰਨੀ ਉਹਦੇ ਵਿੱਚ ਹੀਟ ਹੈ, ਅਰਥ ਨਾਲ ਸੰਬੰਧਿਤ ਕਿੰਨੇ ਉਹਦੇ ਉੱਤੇ ਉੱਪਰ ਪੌਦੇ ਨੇਗੇ, ਕਿਹੜੀਆਂ ਧਰਤੀ ਦੀਆਂ ਪਰਤਾਂ ਨੇਗੀਆਂ, ਇੱਦਾਂ ਕਰਕੇ ਹਰ ਇੱਕ ਚੀਜ਼, ਬੁੱਧ, ਮਰਕਰੀ, ਜਿਹੜੀ ਵੀ ਚੀਜ਼ ਬਾਰੇ ਮੰਨ ਲਓ, ਤਾਰਾ ਮੰਡਲ ਹੋ ਗਿਆ, ਪ੍ਰਿਥਵੀ ਹੋ ਗਈ, ਜਾਂ ਦਰੱਖਤ ਦੀਆਂ ਕਿੰਨੀਆਂ ਤਹਿਾਂ ਹੁੰਦੀਆਂ ਨੇ, ਪੱਤਿਆਂ ਦਾ ਕੀ ਕੰਮ ਹੁੰਦਾ, ਟਹਿਣੀਆਂ ਦਾ ਕੀ ਕੰਮ ਹੁੰਦਾ ਹੈ, ਫੁੱਲ ਕਿਵੇਂ ਨੇ, ਫਲ ਕਿਵੇਂ ਲੱਗਦੇ ਨੇ, ਜੜ੍ਹਾਂ ਦਾ ਕੀ ਕੰਮ ਹੈ, ਰੂਟਸ ਕੀ ਚੀਜ਼, ਉਸ ਇਕੱਲੀ ਵਿਸ਼ੇਸ਼ ਰੂਪ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈਗੀ। ਆਪਾਂ ਦੇਖਦੇ ਹਾਂ ਵੀ
ਉਦੋਂ ਬਾਅਦ ਦੇ ਵਿੱਚ ਵਿਸ਼ਵਕੋਸ਼ ਕਿਸੇ ਵਿਸ਼ੇ ਨਾਲ ਸੰਬੰਧਿਤ ਜਾਣਕਾਰੀ ਜਿਨ੍ਹਾਂ ਤੋਂ ਇਲਾਵਾ ਸਾਨੂੰ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਤਰੋਤਾਜ਼ਾ ਜਾਣਕਾਰੀ ਮਿਲਦੀ ਹੈ। ਇਹਦੇ ਵਿੱਚੋਂ ਹਵਾਲੇ ਜਾਂ ਨਿਰਮਿਤ ਦੇਣ ਆਪਾਂ ਖੋਜ ਦੀ ਅਥਾਹ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਇਨਸਾਈਕਲੋਪੀਡੀਆ ਦੁਨੀਆ ਵਿੱਚ ਕਹਿੰਦਾ ਅੰਗਰੇਜ਼ੀ ਭਾਸ਼ਾ ਵਿੱਚ ਸਭ ਤੋਂ ਪੁਰਾਤਨ ਅਤੇ ਸਭ ਤੋਂ ਹਰਮਨ ਪਿਆਰਾ ਵਿਸ਼ਵਕੋਸ਼ ਲਿਖਿਆ ਗਿਆ ਹੁਣ ਤੱਕ, ਜਿਹਨੂੰ ਆਪਾਂ ਬੋਲਦੇ ਹਾਂ। ਅੱਜ ਦੀ ਮੈਂ ਤੁਹਾਡੇ ਨਾਲ ਵੀ ਗੱਲ ਕਰਕੇ ਸੀ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਇਸ ਜਨਰਲ ਨੌਲੇਜ ਇੰਗਲਿਸ਼ ਲੈਂਗੁਏਜ ਇਨਸਾਈਕਲੋਪੀਡੀਆ ਵਿਚ ਇਜ਼ ਨਾਓ ਪਬਲਿਸ਼ਡ ਐਕਸਕਲੂਸਿਵਲੀ ਆਨਲਾਈਨ ਇਨਸਾਈਕਲੋਪੀਡੀਆ ਫਾਰਮਲੀ ਪਬਲਿਸ਼ਡ ਬਾਈ ਇਨਸਾਈਕਲੋਪੀਡੀਆ ਬ੍ਰਿਟੈਨਿਕਾ। 4000 ਤੋਂ ਵੱਧ ਕੰਟਰੀਬਿਊਸ਼ਨਸ ਆ ਲੇਖਕਾਂ ਦਾ ਇਹਨੂੰ ਲਿਖਣ ਵਾਸਤੇ, ਅਤੇ ਸਭ ਤੋਂ ਪ੍ਰਸਿੱਧ ਅਤੇ ਸਭ ਤੋਂ ਹਰਮਨ ਪਿਆਰਾ ਰਿਹਾ ਹੁਣ ਤੱਕ ਦਾ ਇਨਸਾਈਕਲੋਪੀਡੀਆ ਆਫ ਬ੍ਰਿਟੇਨ। ਅਤੇ ਇਸ ਤੋਂ ਬਾਅਦ ਕੰਪਿਊਟਰ ਦਾ ਡਿਜੀਟਲ ਰੂਪ, ਹੁਣ ਕੰਪਿਊਟਰ ਦਾ ਵੀ ਇਹਨੂੰ ਡਿਜੀਟਲ ਕਰਕੇ ਨੈੱਟ 'ਤੇ ਵੀ ਪਾ ਦਿੱਤਾ ਗਿਆ ਤਾਂ ਕਿ ਲੋਕ ਇਹਨੂੰ ਵੱਧ ਤੋਂ ਵੱਧ ਦੇਖ ਸਕਣ। ਅਤੇ ਸਭ ਤੋਂ ਵੱਡਾ ਜਿਹੜਾ ਇਨਸਾਈਕਲੋਪੀਡੀਆ ਉਹਨੂੰ ਬੋਲਦੇ ਆਪਾਂ ਜੌਂਗਲ ਇਨਸਾਈਕਲੋਪੀਡੀਆ। 11,095 ਜਿਲਦਾਂ ਦੇ ਵਿੱਚ ਹੈ, ਜਿਹੜਾ 11,095 ਪੁਸਤਕਾਂ ਨੇ ਜਿਨ੍ਹਾਂ ਦੇ ਵਿੱਚ ਇੱਕ ਜਾਣਕਾਰੀ ਸਿਸਟੇਮੈਟਿਕ ਤਰੀਕੇ ਨਾਲ ਕ੍ਰਮ ਦੇ ਅਕੋਰਡਿੰਗ ਦਿੱਤੀ ਹੋਈ ਹੈ। ਉਸ ਤੋਂ ਬਾਅਦ ਹੋਰ ਜਿਹੜੇ ਪ੍ਰਸਿੱਧ ਇਨਸਾਈਕਲੋਪੀਡੀਆ ਨੇ ਉਹਦੇ ਵਿੱਚ ਇਨਸਾਈਕਲੋਪੀਡੀਆ ਆਫ ਇੰਡੀਕਾ, ਇਨਸਾਈਕਲੋਪੀਡੀਆ ਆਫ ਅਮੈਰੀਕਾ, ਇਨਸਾਈਕਲੋਪੀਡੀਆ ਆਫ ਇਸਲਾਮਾ, ਐਵਰੀ ਮੈਨਜ਼ ਇਨਸਾਈਕਲੋਪੀਡੀਆ। ਇਹ ਵੀ ਬਹੁਤ ਪ੍ਰਸਿੱਧ ਨੇ, ਜਿਹੜੇ ਪ੍ਰਮੁੱਖ ਆ ਗਏ। ਅੱਜ ਕੱਲ੍ਹ ਸਭ ਤੋਂ ਵੱਡੇ ਜਿਹੜੇ ਔਨਲਾਈਨ ਵਿਸ਼ਵਕੋਸ਼ ਆਮ ਸੰਦਰਭ ਕੋਸ਼ ਨੇ ਉਹ ਬਹੁਤ ਸਾਰੇ ਵਿਸ਼ੇਸ਼ੀਕ੍ਰਿਤ ਨੇ। ਕੁਝ ਪੇਪਰ ਵਿਸ਼ਵਕੋਸ਼ ਦੀ ਕਾਪੀ ਜਾਂ ਵਰਜਨ ਔਨਲਾਈਨ ਵੀ ਪਏ ਨੇ ਜੇ ਦੇਖਿਆ ਜਾਵੇ, ਜਿਵੇਂ ਬ੍ਰਿਟੇਨ ਵਾਲਾ ਔਨਲਾਈਨ ਵੀ ਪਿਆ ਗਾ ਇਨਸਾਈਕਲੋਪੀਡੀਆ ਜਿਹੜਾ। ਵਿਕੀਪੀਡੀਆ ਵਰਗੇ ਜਿਹੜੇ ਔਨਲਾਈਨ ਵਿਸ਼ਵਕੋਸ਼ ਨੇਗੇ ਉਹ ਵਿਸ਼ੇਸ਼ ਨੇਗੇ। ਪੰਜਾਬੀ ਵਿੱਚ ਵੀ ਵਿਸ਼ਵਕੋਸ਼ ਰਚੇ ਗਏ ਨੇ, ਜਿਵੇਂ ਆਪਾਂ ਦੇਖ ਸਕਦੇ ਹਾਂ ਸਿੱਖ ਧਰਮ ਦੇ ਇਤਿਹਾਸ ਨਾਲ ਸੰਬੰਧਿਤ ਮਹਾਨ ਕੋਸ਼, ਠੀਕ ਹੈ। ਇਹਨੂੰ ਕਿਹਨੇ ਲਿਖਿਆ ਸੀਗਾ? ਭਾਈ ਕਾਨ ਸਿੰਘ ਨਾਭਾ ਨੇ, ਜਿਹਨੂੰ ਆਪਾਂ ਬੋਲ ਦਿੰਦੇ ਹੈਗੇ ਗੁਰਸ਼ਬਦ ਰਤਨਾਕਰ ਮਹਾਨ ਕੋਸ਼। ਉਹ ਸਿੱਖ ਧਰਮ ਨਾਲ ਸੰਬੰਧਿਤ ਹੈ, ਉਹਨੂੰ ਬੋਲਦੇ ਹਾਂ ਆਪਾਂ ਮਹਾਨ ਕੋਸ਼। ਕਿਹਨੇ ਲਿਖਿਆ ਸੀ? ਭਾਈ ਕਾਨ ਸਿੰਘ ਨਾਭਾ ਨੇ, ਜਿਸ ਦੀ ਇੱਕ ਕਾਪੀ ਔਨਲਾਈਨ ਮਿਲਦੀ ਆਪਾਂ ਨੂੰ, ਔਨਲਾਈਨ ਵੀ ਉਪਲਬਧ ਹੈਗਾ ਅਤੇ 4-5 ਜਿਲਦਾਂ ਦੇ ਵਿੱਚ ਆਪਾਂ ਨੂੰ ਲਾਇਬ੍ਰੇਰੀ ਦੇ ਵਿੱਚੋਂ ਵੀ ਮਿਲ ਜਾਂਦਾ ਹੈਗਾ। ਉਸ ਤੋਂ ਇਲਾਵਾ ਜੇ ਦੇਖਿਆ ਜਾਵੇ ਪੰਜਾਬੀ ਵਿਸ਼ਵਕੋਸ਼ ਹੈ ਜਿਹੜਾ ਭਾਸ਼ਾ ਵਿਭਾਗ ਦੁਆਰਾ ਬਣਾਇਆ ਗਿਆ। ਇੱਕ ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਹੈ ਜਿਹੜਾ ਸੁਹਿੰਦਰ ਸਿੰਘ ਵਣਜਾਰਾ ਵੇਦੀ ਦੁਆਰਾ ਰਚਿਆ ਗਿਆ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਆਪਣੀ ਪੰਜਾਬੀ ਦੇ ਵਿੱਚ ਵੀ ਕੋਸ਼ ਨੂੰ ਲੈ ਕੇ ਜਾਂ ਇਨਸਾਈਕਲੋਪੀਡੀਆ ਨੂੰ ਲੈ ਕੇ ਜਾਂ ਵਿਸ਼ਵਕੋਸ਼ ਨੂੰ ਲੈ ਕੇ ਵਧੀਆ ਕੰਮ ਹੋਇਆ। ਜਿਸ ਹਿਸਾਬ ਨਾਲ ਆਪਣੀ ਲੈਂਗੁਏਜ ਹੈ, ਜਿਸ ਹਿਸਾਬ ਨਾਲ ਆਪਣੀ ਸਥਾਨ ਹੈਗਾ ਆਪਣੀ ਪੰਜਾਬੀ ਦੇ ਵਿੱਚ ਵੀ ਬਹੁਤ ਵਧੀਆ ਕੰਮ ਹੋਇਆ ਇਸ ਨਾਲ ਸੰਬੰਧਿਤ, ਠੀਕ ਹੈ। ਓਕੇ ਸਟੂਡੈਂਟ, ਬਾਕੀ ਜੇ ਕੋਈ ਕੁਐਸਚਨ ਹੁੰਦਾ ਹੈਗਾ ਲੈਕਸੀਕੋਗ੍ਰਾਫੀ ਨਾਲ ਲੈਕਸੀਕੋਗ੍ਰਾਫੀ ਹੋ ਗਈ, ਔਰਥੋਗ੍ਰਾਫੀ ਹੋ ਗਈ, ਜਾਂ ਆਪਣਾ ਇਨਸਾਈਕਲੋਪੀਡੀਆ ਹੋ ਗਿਆ ਜਿਵੇਂ ਵਿਸ਼ਵਕੋਸ਼ ਹੋ ਗਿਆ, ਜਾਂ ਡਿਕਸ਼ਨਰੀਜ਼ ਹੋ ਗਿਆ, ਇਹਦੇ ਨਾਲ ਸੰਬੰਧਿਤ ਜੇ ਕੋਈ ਵੀ ਕੁਐਸਚਨ ਹੈ ਤਾਂ ਕਦੇ ਵੀ ਤੁਸੀਂ ਕਦੋਂ ਵੀ ਪੁੱਛ ਸਕਦੇ ਹੋ। ਓਕੇ।